हाँ जी, सत श्री अकाल जी साਰਿਆਂ ਨੂੰ। ਸੋ ਪੰਜਾਬ ਮੇਡ ਵੀ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੇ ਅੱਜ ਗੱਲ ਕਰਾਂਗੇ ਅਕਾਲੀ ਫੁੱਲਾ ਸਿੰਘ ਜੀ ਬਾਰੇ, ਜੋ ਕਿ ਸਾਡੇ ਇਤਿਹਾਸ ਵਿੱਚ ਬਹੁਤ ਹੀ ਮਹਾਨ ਇਨਸਾਨ ਸੀ ਤੇ ਇਹਨਾਂ ਦੀ ਸਟੋਰੀ ਸੁਣਨ ਤੋਂ ਬਾਅਦ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਸੋ ਜੇਕਰ ਤੁਸੀਂ ਇਹਨਾਂ ਬਾਰੇ ਨਹੀਂ ਜਾਣਦੇ ਤਾਂ ਇਹ ਵੀਡੀਓ ਰਾਹੀਂ ਤੁਹਾਨੂੰ ਇਹਨਾਂ ਬਾਰੇ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਇਹ ਅਜਿਹੇ ਇਨਸਾਨ ਸੀ ਜੋ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਵੀ ਸਜ਼ਾ ਲਾ ਦਿੰਦੇ ਸੀ। ਸੋ ਵੀਡੀਓ ਸ਼ੁਰੂ ਕਰਦੇ ਹਾਂ। ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਆਪਣੀ ਪੁਸਤਕ ਅਕਾਲੀ ਫੁੱਲਾ ਸਿੰਘ ਜੀ ਬਾਰੇ ਲਿਖਦੇ ਨੇ, ਸੱਚੇ ਅਕਾਲੀ ਹੱਦ ਦਰਜੇ ਦੇ ਦਲੇਰ ਤੇ ਸੁਤੰਤਰ ਸੀ। ਉਹ ਆਪਣੇ ਫਰਜ਼ਾਂ ਤੇ ਅਸੂਲਾਂ ਦੀ ਰੱਖਿਆ ਲਈ ਜਾਨ ਵਾਰਨ ਤੱਕ ਪਰਵਾਹ ਨਹੀਂ ਕਰਦੇ ਸੀ। ਸੋ ਅਕਾਲੀ ਫੁੱਲਾ ਸਿੰਘ ਜੀ ਦਾ ਜਨਮ 1 ਜਨਵਰੀ 1761 ਨੂੰ ਬਾਂਗਰ ਦੇ ਛੋਟੇ ਜਿਹੇ ਇੱਕ ਪਿੰਡ ਸ਼ੀਹਾਂ ਦੇ ਇੱਕ ਸਧਾਰਨ ਘਰ ਵਿੱਚ ਇੱਕ ਅਧਖੜ ਅਵਸਥਾ ਦੇ ਸਿੰਘ ਭਾਈ ਇੱਛਰ ਸਿੰਘ ਜੀ ਦੇ ਘਰ ਹੋਇਆ, ਜੋ ਕਿ ਨਿਸ਼ਾਨਾਂ ਵਾਲੀ ਮਿਸਲ ਨਾਲ ਸੰਬੰਧ ਰੱਖਦੇ ਸੀ। ਇਹਨਾਂ ਦੇ ਜਨਮ ਤੋਂ ਬਾਅਦ ਇਹਨਾਂ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਅਨੁਸਾਰ ਸਤਿਗੁਰੂ ਦੀ ਸੰਗਤ ਨੇ ਫੁੱਲਾ ਸਿੰਘ ਰੱਖਿਆ। ਉਸ ਸਮੇਂ ਸਿੰਘਾਂ ਨੂੰ ਖਤਮ ਕਰਨ ਲਈ ਅਹਿਮਦ ਸ਼ਾਹ ਅਬਦਾਲੀ ਨੇ 6ਵਾਂ ਹੱਲਾ ਕੀਤਾ ਤੇ ਖਬਰ ਪੂਰੇ ਪੰਜਾਬ ਵਿੱਚ, ਜੋ ਕਿ ਉਸ ਸਮੇਂ ਤਿੱਬਤ ਖੈਬਰ ਤੇ ਕਸ਼ਮੀਰ ਤੱਕ ਸੀ, ਸਾਰੇ ਪਾਸੇ ਜੰਗਲ ਦੀ ਅੱਗ ਵਾਂਗ ਫੈਲ ਗਈ ਤੇ ਮਿਸਲਾਂ ਨੂੰ ਅਬਦਾਲੀ ਨਾਲ ਜੰਗ ਕਰਨ ਦੇ ਸੱਦੇ ਦਿੱਤੇ ਗਏ, ਜਿਸ ਵਿੱਚ ਇੱਛਰ ਸਿੰਘ ਦੀ ਨਿਸ਼ਾਨ ਵਾਲੀ ਮਿਸਲ ਵੀ ਟਾਕਰਾ ਲੈਣ ਲਈ ਅੱਗੇ ਵਧੀ। ਇਸ ਜੰਗ ਵਿੱਚ 40,000 ਤੋਂ ਵੱਧ ਸਿੰਘ ਰਣਭੂਮੀ ਵਿੱਚ ਸ਼ਹੀਦ ਜਾਂ ਫੱਟੜ ਹੋਏ, ਜਿਨ੍ਹਾਂ ਵਿੱਚੋਂ ਇੱਕ ਸਿੰਘ ਅਕਾਲੀ ਫੁੱਲਾ ਸਿੰਘ ਜੀ ਦੇ ਪਿਤਾ ਵੀ ਸੀ, ਜੋ ਕਿ ਕਾਫੀ ਜ਼ਖਮੀ ਹੋਏ ਤੇ ਜੰਗੀ ਨਿਯਮਾਂ ਅਨੁਸਾਰ ਸਿੰਘਾਂ ਵੱਲੋਂ ਜ਼ਖਮੀ ਸਿੰਘ ਆਪਣੇ ਘਰੋਂ ਘਰੀ ਪਹੁੰਚਾ ਦਿੱਤੇ, ਜਿੱਥੇ ਇਹਨਾਂ ਦੇ ਫੱਟ ਸਿਉਂਕੇ ਇਲਾਜ ਹੁੰਦੇ ਰਹੇ। ਇਹਨਾਂ ਦਿਨਾਂ ਵਿੱਚ ਸਤਿਗੁਰੂ ਨੇ ਇੱਛਰ ਸਿੰਘ ਜੀ ਦੇ ਘਰ ਇੱਕ ਹੋਰ ਪੁੱਤਰ ਦੀ ਦਾਤ ਬਖਸ਼ੀ, ਜਿਸ ਦਾ ਨਾਮ ਸੰਤ ਸਿੰਘ ਰੱਖਿਆ ਗਿਆ ਤੇ ਉਸ ਸਮੇਂ ਮੌਕੇ ਸਿਰ ਇਲਾਜ ਨਾ ਮਿਲਣ ਕਰਕੇ ਇੱਛਰ ਸਿੰਘ ਜੀ ਦੇ ਜ਼ਖਮਾਂ ਵਿੱਚ ਜ਼ਹਿਰ ਫੈਲ ਗਿਆ ਤੇ ਉਹ ਸ਼ਹੀਦ ਹੋ ਗਏ। ਪਰ ਆਖਰੀ ਸਮੇਂ ਵਿੱਚ ਉਹਨਾਂ ਨੇ ਨਿਸ਼ਾਨਾਂ ਵਾਲੀ ਮਿਸਲ ਦੇ ਸਤ ਸੰਗੀ ਬਾਬਾ ਨਰਾਇਣ ਸਿੰਘ ਜੀ ਨੂੰ ਆਪਣੇ ਕੋਲ ਬੁਲਾ ਕੇ ਆਪਣੇ ਭੁਜੰਗੀ ਅਕਾਲੀ ਫੁੱਲਾ ਸਿੰਘ ਜੀ ਦਾ ਹੱਥ ਸੌਂਪ ਦਿੱਤਾ ਕਿ ਇਹ ਪੂਰਾ ਪੰਥ ਸੇਵਕ ਬਣ ਸਕੇ। ਕੁਦਰਤ ਨੇ ਅਕਾਲੀ ਫੁੱਲਾ ਸਿੰਘ ਜੀ ਨੂੰ ਬਚਪਨ ਵਿੱਚ ਹੀ ਉਹ ਵਿਲੱਖਣ ਦਿਲ ਤੇ ਤੇਜ਼ ਬੁੱਧੀ ਬਖਸ਼ੀ, ਜੋ ਬਹੁਤ ਘੱਟ ਆਮ ਬੱਚਿਆਂ ਵਿੱਚ ਪਾਈ ਜਾਂਦੀ ਹੈ। ਇਹਨਾਂ ਨੇ ਬਚਪਨ ਵਿੱਚ ਹੀ ਨਿਤਨੇਮ ਦੀਆਂ ਬਾਣੀਆਂ, ਸਾਰੀ ਅਕਾਲ ਉਸਤਤ ਤੇ ਹੋਰ ਬਹੁਤ ਸਾਰੀਆਂ ਸ੍ਰੀ ਮੁੱਖ ਵਾਕ ਬਾਣੀਆਂ ਕੰਠ ਕਰ ਲੀਆਂ। ਮਤਲਬ ਇਹਨਾਂ ਦੇ ਸੀਨੇ ਵਿੱਚ ਨਿੱਕੇ ਹੁੰਦਿਆਂ ਹੀ ਅਲੌਕਿਕ ਧਾਰਮਿਕ ਜੋੜ ਬੇਧੜਕ ਤੇ ਨਿਡਰ ਦਿਲ ਹੁਲਾਰੇ ਲੈਂਦੇ ਸੀ। ਜਦੋਂ ਫੁੱਲਾ ਸਿੰਘ ਜੀ ਧਾਰਮਿਕ ਵਿੱਦਿਆ ਵਿੱਚ ਚੰਗੇ ਨਿਪੁੰਨ ਹੋ ਗਏ ਤਾਂ ਨਿਯਮ ਅਨੁਸਾਰ ਬਾਬਾ ਨਰਾਇਣ ਸਿੰਘ ਜੀ ਨੇ ਉਹਨਾਂ ਨੂੰ ਸ਼ਸਤਰ ਵਿੱਦਿਆ ਦੇਣੀ ਆਰੰਭ ਕਰ ਦਿੱਤੀ, ਜੋ ਉਸ ਸਮੇਂ ਹਰ ਬੱਚੇ ਲਈ ਜ਼ਰੂਰੀ ਹੁੰਦੀ ਸੀ ਤੇ ਅੱਜ ਵੀ ਸਹੀ ਤਰੀਕੇ ਨਾਲ ਜੇਕਰ ਦੇਖੀਏ ਤਾਂ ਇਹ ਜ਼ਰੂਰੀ ਮੰਨੀ ਜਾਂਦੀ ਹੈ। ਹੁਣ ਫੁੱਲਾ ਸਿੰਘ ਜੀ ਆਪਣੀ ਉਮਰ ਦੇ ਬੱਚਿਆਂ ਤੋਂ ਸ਼ਸਤਰ ਵਿੱਦਿਆ ਵਿੱਚ ਜ਼ਿਆਦਾ ਨਿਪੁੰਨ ਸੀ ਤੇ ਆਪਣੇ ਪੁੱਤਰ ਨੂੰ ਸ਼ਸਤਰ ਵਿੱਦਿਆ ਵਿੱਚ ਨਿਪੁੰਨ ਹੁੰਦਾ ਦੇਖ ਕੇ ਫੁੱਲਾ ਸਿੰਘ ਜੀ ਦੀ ਮਾਤਾ ਬਹੁਤ ਖੁਸ਼ ਹੁੰਦੀ ਸੀ। ਪਰ ਇਹ ਖੁਸ਼ੀ ਲੰਬਾ ਸਮਾਂ ਨਹੀਂ ਚੱਲੀ। ਉਹਨਾਂ ਦੀ ਮਾਤਾ ਦੀ ਵਡੇਰੀ ਉਮਰ ਹੋਣ ਕਰਕੇ ਇੱਕ ਦਿਨ ਉਹ ਅਚਾਨਕ ਹੀ ਪੌੜੀ ਤੋਂ ਐਸਾ ਡਿੱਗੇ ਕਿ ਡਿੱਗਦੇ ਸਾਰ ਹੀ ਬੇਹਾਲ ਹੋ ਗਏ ਤੇ ਆਪਣਾ ਅੰਤ ਨੇੜੇ ਦੇਖਦੇ ਹੋਏ ਉਹਨਾਂ ਨੇ ਆਪਣੇ ਨੌਜਵਾਨ ਪੁੱਤਰ ਫੁੱਲਾ ਸਿੰਘ ਜੀ ਨੂੰ ਆਪਣੇ ਸਾਹਮਣੇ ਬੁਲਾਇਆ ਤੇ ਸਿੱਖਿਆ ਦਿੱਤੀ ਕਿ ਇਹ ਧਰਮ ਤੇਰਾ ਹੋਵੇਗਾ ਕਿ ਤੂੰ ਦਿਨਾਂ ਦੁਖੀਆਂ ਨੂੰ ਕਸ਼ਟਾਂ ਤੋਂ ਬਚਾਉਣਾ ਹੈ। ਸਿਰ ਤੇ ਖੇਡ ਕੇ ਸਿੱਖੀ ਧਰਮ ਨਿਭਾਈ, ਜੇ ਧਰਮ ਦੀ ਰੱਖਿਆ ਲਈ ਸਰਵੰਸ ਤੱਕ ਲੱਗ ਜਾਵੇ ਤਾਂ ਆਪਣੇ ਚੰਗੇ ਭਾਗ ਜਾਣੀ, ਪਿੱਛੇ ਨਾ ਹੋਈ। ਸਨਮੁਖ ਹੋ ਕੇ ਰਣ ਵਿੱਚ ਮਰਨਾ ਸੂਰਮਿਆਂ ਦਾ ਧਰਮ ਹੈ। ਤੇ ਜਿਸ ਤੋਂ ਬਾਅਦ ਉਹਨਾਂ ਦੇ ਮਾਤਾ ਸਵਰਗ ਸਿਧਾਰ ਗਏ ਤੇ ਫੁੱਲਾ ਸਿੰਘ ਜੀ ਆਪਣੀ ਮਾਤਾ ਦੇ ਗੁਰਮਤਿ ਸੰਸਕਾਰ ਤੋਂ ਵਿਹਲੇ ਹੁੰਦਿਆਂ ਹੀ ਸਭ ਤੋਂ ਪਹਿਲਾਂ ਬਾਬਾ ਨਰਾਇਣ ਸਿੰਘ ਜੀ ਦੇ ਕੋਲ ਜਾ ਕੇ ਅਕਾਲੀ ਸ਼ਸਤਰ ਬਸਤਰ ਪਹਿਨ ਲਏ ਤੇ ਉਹਨਾਂ ਦੀ ਮਿਸਲ ਵਿੱਚ ਰਲ ਗਏ। ਸੋ ਇਹ ਉਸ ਸਮੇਂ ਬਹੁਤ ਹੀ ਸੋਹਣੇ ਮਡੋਲ ਤੇ ਭਾਰੀ ਦਬਦਬੇ ਵਾਲੇ ਪੁਰਸ਼ ਸੀ। ਇਹਨਾਂ ਦਾ ਕੱਦ ਭਾਵੇਂ ਜ਼ਿਆਦਾ ਲੰਬਾ ਨਹੀਂ ਸੀ, ਪਰ ਦੇਖਣ ਵਿੱਚ ਸਰੀਰ ਬਹੁਤ ਸਾਂਭਿਆ ਹੋਇਆ ਲੱਗਦਾ ਸੀ ਤੇ ਉਹ ਆਪਣੀ ਜਵਾਨ ਦੇ ਇੰਨੇ ਪੱਕੇ ਸੀ ਕਿ ਜਵਾਨ ਦੇਣ ਤੋਂ ਬਾਅਦ ਫਿਰ ਚਾਹੇ ਸਾਰਾ ਸੰਸਾਰ ਪਲਟ ਜਾਵੇ, ਉਹਨਾਂ ਦਾ ਇਰਾਦਾ ਨਹੀਂ ਸੀ ਕਦੇ ਪਲਟਦਾ। ਤੇ ਬਾਬਾ ਜੀ ਜਦੋਂ ਨਰਾਇਣ ਸਿੰਘ ਜੀ ਕੋਲ ਅਨੰਦਪੁਰ ਸਾਹਿਬ ਆਏ ਤਾਂ ਉਹਨਾਂ ਨੂੰ ਜੰਗਾਂ ਦਾ ਪੂਰਾ ਅਭਿਆਸ ਸੀ। ਉਹਨਾਂ ਨੂੰ ਸ਼ੁੱਧ ਆਚਰਨ ਤੇ ਧਾਰਮਿਕ ਜੋਸ਼ ਕਾਰਨ ਉਹਨਾਂ ਨੂੰ ਬਾਬਾ ਨਰਾਇਣ ਸਿੰਘ ਜੀ ਨੇ ਆਪਣੇ ਤੋਂ ਬਾਅਦ ਬਾਬਾ ਫੁੱਲਾ ਸਿੰਘ ਜੀ ਨੂੰ ਜਥੇਦਾਰ ਥਾਪ ਦਿੱਤਾ ਤੇ ਸ਼ੁਰੂਆਤ ਵਿੱਚ ਅਕਾਲੀ ਫੁੱਲਾ ਸਿੰਘ ਜੀ ਗੁਰਦੁਆਰਿਆਂ ਦੀ ਸੇਵਾ ਕਰਦੇ ਸੀ ਤੇ ਉੱਥੇ ਫੈਲ ਰਹੀਆਂ ਕਰੂਤੀਆਂ ਨੂੰ ਖਤਮ ਕਰਕੇ ਮੁੜ ਨਵੇਂ ਸਿਰ ਤੋਂ ਸੁਧਾਰ ਕਰ ਰਹੇ ਸੀ। ਸਾਰਾ ਪ੍ਰਬੰਧ ਆਪਣੀ ਨਜ਼ਰ ਹੇਠ ਰੱਖਿਆ ਕਰਦੇ ਸੀ। 1801 ਦੇ ਸਮੇਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਖਾਲਸਾ ਰਾਜ ਸੀ ਤੇ ਉਸ ਸਮੇਂ ਸ੍ਰੀ ਅੰਮ੍ਰਿਤਸਰ ਨੂੰ ਖਾਲਸਾ ਰਾਜ ਨਾਲ ਮਿਲਾਉਣ ਲਈ ਜੋ ਭੰਗੀਆਂ ਦੀ ਮਿਸਲ ਦੇ ਕਬਜ਼ੇ ਵਿੱਚ ਸੀ,
ਜੋ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਵਿਰੁੱਧ ਸਨ, ਉਹਨਾਂ ਦਾ ਕਬਜ਼ਾ ਸਦਾ ਲਈ ਗੁਰਾਂ ਦੀ ਨਗਰੀ ਤੋਂ ਉਠਾਉਣ ਲਈ ਮਹਾਰਾਜਾ ਰਣਜੀਤ ਸਿੰਘ ਤੇ ਭੰਗੀ ਮਿਸਲ ਵਿਚਕਾਰ ਲੜਾਈ ਦਾ ਆਰੰਭ ਹੋ ਗਿਆ ਤੇ ਲੜਾਈ ਦੇ ਆਰੰਭ ਵਿੱਚ ਹੀ ਅਕਾਲੀ ਫੁੱਲਾ ਸਿੰਘ ਦੋਨੋਂ ਸਿੱਖ ਫੌਜਾਂ ਦੇ ਵਿੱਚ ਆ ਖਲੋਤੇ ਤੇ ਦੋਹਾਂ ਧਿਰਾਂ ਦੇ ਸਰਦਾਰਾਂ ਨੂੰ ਆਪਣੇ ਹੀ ਘਰ ਵਿੱਚ ਲੜਨ ਤੋਂ ਮਨਾ ਕੀਤਾ ਤੇ ਭੰਗੀ ਮਿਸਲ ਦੇ ਸਰਦਾਰ ਨੇ ਆਪਣੇ ਕਿਲੇ ਤੋਂ ਨਿਕਲਣ ਦਾ ਪ੍ਰਸਤਾਵ ਮੰਨ ਲਿਆ ਤੇ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਸੁਲ੍ਹਾ ਕਰ ਲਈ ਤੇ ਜਿਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਗੁਜ਼ਾਰੇ ਲਈ ਬਹੁਤ ਸਾਰੀ ਜਗੀਰ ਬਖਸ਼ੀ ਤੇ ਬਹੁਤ ਕਿਰਪਾਲਤਾ ਨਾਲ ਪੇਸ਼ ਆਏ। ਮਹਾਰਾਜਾ ਰਣਜੀਤ ਸਿੰਘ ਤੇ ਭੰਗੀ ਮਿਸਲ ਵਿਚਕਾਰ ਮਹਾਰਾਜਾ ਜੀ ਦੇ ਪਿਤਾ ਮਹਾ ਸਿੰਘ ਦੇ ਸਮੇਂ ਤੋਂ ਹੀ ਦੁਸ਼ਮਣੀ ਸੀ, ਜਿਸ ਨੂੰ ਅਕਾਲੀ ਫੁੱਲਾ ਸਿੰਘ ਜੀ ਨੇ ਦੋਸਤੀ ਵਿੱਚ ਬਦਲਿਆ। ਜਿਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਅਕਾਲੀ ਫੁੱਲਾ ਸਿੰਘ ਜੀ ਤੋਂ ਬਹੁਤ ਪ੍ਰਸੰਨ ਹੋਏ, ਜਿਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਸੂਰ, ਮੁਲਤਾਨ, ਭਾਵਲਪੁਰ, ਸਿੰਧ ਤੇ ਹੋਰ ਬਹੁਤ ਸਾਰੇ ਮੈਦਾਨ ਅਕਾਲੀ ਫੁੱਲਾ ਸਿੰਘ ਜੀ ਦੀ ਸਹਾਇਤਾ ਨਾਲ ਫਤਿਹ ਕੀਤੇ ਤੇ ਅਕਾਲੀ ਫੁੱਲਾ ਸਿੰਘ ਜੀ ਸ੍ਰੀ ਅੰਮ੍ਰਿਤਸਰ ਵਿੱਚ ਹੀ ਰਹਿੰਦੇ ਸੀ, ਕਿਉਂਕਿ ਉੱਥੇ ਮਹਾਰਾਜਾ ਰਣਜੀਤ ਸਿੰਘ ਜੀ ਆਪਣੇ ਸਭ ਤੋਂ ਵਧੀਆ ਜਥੇਦਾਰ ਨੂੰ ਰੱਖਣਾ ਚਾਹੁੰਦੇ ਸੀ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਕਿਸੇ ਜੰਗ ਲਈ ਰਵਾਨਾ ਹੁੰਦੀ ਤਾਂ ਅਕਾਲੀ ਫੁੱਲਾ ਸਿੰਘ ਜੀ ਤੋਂ ਥਾਪੜਾ ਲੈ ਕੇ ਹੀ ਰਵਾਨਾ ਹੁੰਦੇ ਸੀ ਤੇ ਜਦੋਂ ਉਹ ਆਪ ਖੁਦ ਕਿਸੇ ਜੰਗ ਲਈ ਅਰਦਾਸ ਕਰਕੇ ਤੁਰਦੇ ਤਾਂ ਪਿੱਛੇ ਮੁੜ ਕੇ ਨਹੀਂ ਦੇਖਦੇ। ਉਹ ਜਿਹੇ ਯੋਧੇ ਹੋਏ ਕਿ ਉਹਨਾਂ ਦੀ ਵੀਰਤਾ ਬਹੁਤ ਸਾਰੇ ਦੇਸ਼ਾਂ ਵਿੱਚ ਪਸਰੀ ਹੋਈ ਹੈ। ਜਦੋਂ ਨਵਾਬ ਮੁਜ਼ੱਫਰ ਖਾਨ ਮੁਲਤਾਨ ਨੇ ਸਰਕਾਰ ਦਾ ਸਾਲਾਨਾ ਮਾਲੀਆ ਤਾਰਨ ਤੋਂ ਇਨਕਾਰ ਕੀਤਾ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਤਕੜੀ ਫੌਜ ਨਵਾਬ ਨੂੰ ਦੰਡ ਦੇਣ ਲਈ ਤੋਰੀ ਤੇ ਉੱਥੇ ਜਾ ਕੇ ਕੁਝ ਨਿੱਕੀਆਂ ਮੋਟੀਆਂ ਲੜਾਈਆਂ ਵੀ ਹੋਈਆਂ, ਪਰ ਨਵਾਬ ਤੱਕ ਕਿਸੇ ਦੀ ਪਹੁੰਚ ਨਾ ਹੋਈ ਤੇ ਇਸ ਦੌਰਾਨ ਸੈਂਕੜੇ ਸਿਪਾਹੀ ਸਿੰਘ ਜ਼ਖਮੀ ਹੋਏ, ਜਿਸ ਨੂੰ ਦੇਖਦੇ ਹੋਏ ਫੌਜ ਮੁੜ ਕੇ ਲਾਹੌਰ ਆ ਗਈ। ਜਿਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਵਾਪਸ ਆਉਣ ਤੇ ਬਹੁਤ ਨਾਰਾਜ਼ ਹੋਏ ਤੇ ਮੁਹਿੰਮ ਦੇ ਸਾਰੇ ਮੁਖੀਆਂ ਨੂੰ ਦਰਬਾਰ ਵਿੱਚ ਝਾੜ ਪਾਈ ਤੇ ਉਸ ਸਮੇਂ ਦੀਵਾਨ ਭਵਾਨੀ ਦਾਸ ਮੁਖੀ ਨੂੰ 10,000 ਰੁਪਏ ਦਾ ਜੁਰਮਾਨਾ ਵੀ ਕੀਤਾ। ਕੁਝ ਸਮੇਂ ਲਈ ਆਪਣੇ ਅਹੁਦੇ ਤੋਂ ਹਟਾਇਆ ਵੀ ਗਿਆ ਤੇ ਹੁਣ ਸ਼ੇਰੇ ਪੰਜਾਬ ਇਹ ਨਿਰਾਸ਼ਾ ਨੂੰ ਸਹਾਰ ਨਹੀਂ ਸੀ ਸਕਦਾ, ਜਿਸ ਲਈ ਮਹਾਰਾਜਾ ਰਣਜੀਤ ਸਿੰਘ ਨੇ ਖੁਦ ਮੁਲਤਾਨ ਨੂੰ ਪੂਰੀ ਤਰ੍ਹਾਂ ਫਤਿਹ ਕਰਨ ਲਈ ਤਿਆਰੀਆਂ ਸ਼ੁਰੂ ਕੀਤੀਆਂ ਤੇ ਜਨਵਰੀ 1818 ਨੂੰ 25,000 ਫੌਜ ਦੇ ਬਲਵਾਨ ਦਲ ਸਹਿਜਾਦਾ ਖੜਗ ਸਿੰਘ ਤੇ ਦੀਵਾਨ ਚੰਦ ਨੂੰ ਨਾਲ ਲੈ ਕੇ ਮੁਲਤਾਨ ਵੱਲ ਤੋਰਿਆ। ਦੂਜੇ ਪਾਸੇ ਮੁਜ਼ੱਫਰ ਖਾਨ ਵੀ ਮਹਾਰਾਜੇ ਦੀਆਂ ਪਲ-ਪਲ ਦੀਆਂ ਖਬਰਾਂ ਲੈ ਕੇ ਜੰਗੀ ਤਿਆਰੀਆਂ ਕਰ ਰਿਹਾ ਸੀ ਤੇ ਇੱਧਰ ਖਾਲਸਾ ਦਲ ਨੇ ਰਾਹ ਵਿੱਚ ਪਹਿਲੇ ਖਾਨਗੜ੍ਹ ਤੇ ਮੁਜ਼ੱਫਰਗੜ੍ਹ ਦੇ ਕਿਲਿਆਂ ਤੇ ਕਬਜ਼ਾ ਕਰ ਲਿਆ ਸੀ ਤੇ ਇਸ ਤੋਂ ਬਾਅਦ ਸ਼ੁਰੂ ਹੋਈ ਮੁਲਤਾਨ ਦੇ ਕਿਲੇ ਨੂੰ ਜਿੱਤਣ ਦੀ ਤਿਆਰੀ, ਜਿੱਥੇ ਨਵਾਬ ਖੁਦ ਆਪਣੇ ਪੁੱਤਰਾਂ ਤੇ 20,000 ਦੀ ਫੌਜ ਨਾਲ ਸ਼ਹਿਰ ਦੇ ਕਿਲੇ ਨੂੰ ਪੂਰੀ ਤਰ੍ਹਾਂ ਬੈਰੀ ਤੋਂ ਬਚਾਉਣ ਲਈ ਤਿਆਰ ਬੈਠਾ ਸੀ ਤੇ ਉਸ ਦਿਨ ਮੁਲਤਾਨ ਦੇ ਨੇੜੇ ਇੱਕ ਮੈਦਾਨ ਵਿੱਚ ਬਹੁਤ ਭਾਰੀ ਲੜਾਈ ਹੋਈ, ਜਿਸ ਵਿੱਚ ਦੋਹਾਂ ਧਿਰਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਤੇ ਲੜਾਈ ਬਰਾਬਰ 5 ਦਿਨ ਤੁਲਵੀ ਹੁੰਦੀ ਰਹੀ ਤੇ ਤੋਪਾਂ ਤੋਂ ਅੱਗ ਬਰਸਦੀ ਰਹੀ। ਫਿਰ ਸਹਿਜਾਦਾ ਖੜਗ ਸਿੰਘ ਨੇ ਸਾਰੇ ਸਰਦਾਰਾਂ ਨੂੰ ਇਕੱਠਾ ਕੀਤਾ ਤੇ ਛੋਟੀਆਂ ਸੁਰੰਗਾਂ ਪੁੱਟ ਕੇ ਉਸ ਦੇ ਵਿੱਚ ਬਾਰੂਦ ਭਰਨ ਦਾ ਤਰੀਕਾ ਸੁਝਿਆ ਤਾਂ ਕਿ ਉਹਨਾਂ ਨੂੰ ਬਾਰੂਦ ਭਰ ਕੇ ਅੱਗ ਲਾ ਕੇ ਉਹਨਾਂ ਨੂੰ ਉਡਾ ਦਿੱਤਾ ਜਾਵੇ। ਕਈ ਰਾਤਾਂ ਦੀ ਸਖਤ ਮਿਹਨਤ ਦੇ ਬਾਅਦ ਸੁਰੰਗਾਂ ਤਿਆਰ ਹੋ ਗਈਆਂ ਤੇ ਬਾਰੂਦ ਭਰ ਕੇ ਉਡਾਉਣ ਵਿੱਚ ਕੁਝ ਹੀ ਪਲ ਦੀ ਦੂਰੀ ਸੀ ਕਿ ਉੱਪਰੋਂ ਅਚਾਨਕ ਮੀਂਹ ਸ਼ੁਰੂ ਹੋ ਗਿਆ ਤੇ ਅਜਿਹਾ ਮੀਂਹ ਆਇਆ ਕਿ ਚਾਰੇ ਪਾਸੇ ਜਲ ਹੀ ਜਲ ਨਜ਼ਰ ਪੈਣ ਲੱਗਾ ਤੇ ਜੋ ਸੁਰੰਗਾਂ ਪੁੱਟੀਆਂ ਗਈਆਂ ਸੀ ਉਹ ਸਾਰੀਆਂ ਪਾਣੀ ਨਾਲ ਭਰ ਗਈਆਂ। ਜਿਸ ਤੋਂ ਬਾਅਦ ਅਗਲੀ ਰਾਤ ਬਹੁਤ ਔਖਾਈ ਨਾਲ 3 ਥਾਵਾਂ ਤੋਂ ਛੋਟੇ-ਮੋਟੇ ਪਾੜ ਪਾ ਕੇ ਖਾਲਸੇ ਨੇ ਮੁਲਤਾਨ ਸ਼ਹਿਰ ਤੇ ਕਬਜ਼ਾ ਕਰ ਲਿਆ ਤੇ ਹੁਣ ਮੁਲਤਾਨ ਦੇ ਪ੍ਰਸਿੱਧ ਪੱਕੇ ਕਿਲੇ ਦੀ ਵਾਰੀ ਆਈ, ਜਿਸ ਨੂੰ ਇਤਿਹਾਸਾਂ ਵਿੱਚ ਅਜਿੱਤ ਲਿਖਿਆ ਉਸ ਨੂੰ ਕਿਵੇਂ ਖਾਲਸੇ ਨੇ ਜਿੱਤਿਆ, ਇਸ ਬਾਰੇ ਗੱਲ ਕਰਦੇ ਹਾਂ। ਇਸ ਕਿਲੇ ਤੇ ਰੋਜ਼ ਭਾਰੀ ਤੋਪਖਾਨਿਆਂ ਵਿੱਚ ਗੋਲਿਆਂ ਦਾ ਮੀਂਹ ਪਾਉਂਦੇ ਰਹੇ, ਪਰ ਇਸ ਦਾ ਕੁਝ ਨਹੀਂ ਵਿਗੜਿਆ ਤੇ ਇਸ ਤਰ੍ਹਾਂ ਕਿਲੇ ਤੇ 3 ਮਹੀਨੇ ਜੰਗ ਚੱਲਦੀ ਰਹੀ, ਪਰ ਕਿਲਾ ਸਰ ਨਾ ਹੋਇਆ। ਉੱਪਰੋਂ ਗਰਮੀ ਦੀ ਰੁੱਤ ਤੇ ਮੁਲਤਾਨ ਦੀਆਂ ਕਹਿਰ ਦੀਆਂ ਧੁੱਪਾਂ ਨੇ ਇਸ ਨੂੰ ਹੋਰ ਵੀ ਔਖਾ ਕਰ ਦਿੱਤਾ। ਇਸ ਦੇ ਵਿੱਚ ਇੱਕ ਹੋਰ ਔਖ ਜੁੜੀ ਜਦੋਂ ਮੁਰਦਾ ਊਂਠ ਤੇ ਘੋੜਿਆਂ ਦੀਆਂ ਲਾਸ਼ਾਂ ਦੀ ਬਦਬੂ ਤੇ ਪਾਣੀ ਦੀ ਖਰਾਬੀ ਕਾਰਨ ਫੌਜ ਵਿੱਚ ਹੈਜਾ ਫੁੱਟ ਪਿਆ, ਜਿਸ ਨਾਲ ਹਰ ਰੋਜ਼ 100 ਜਵਾਨ ਮਰਨ ਲੱਗੇ। ਇਹ ਪੂਰੇ ਮੈਦਾਨ ਜੰਗ ਦੀਆਂ ਖਬਰਾਂ ਮਹਾਰਾਜਾ ਰਣਜੀਤ ਸਿੰਘ ਜੀ ਕੋਲ ਪਹੁੰਚ ਰਹੀਆਂ ਸੀ ਤੇ ਆਪਣੀ ਫੌਜ ਦੀ ਇਸ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਮਹਾਰਾਜਾ ਰਣਜੀਤ ਸਿੰਘ ਜੀ ਸ੍ਰੀ ਅੰਮ੍ਰਿਤਸਰ ਪਹੁੰਚੇ ਤੇ ਦਰਬਾਰ ਸਾਹਿਬ ਵਿੱਚ ਜਾ ਕੇ ਇਸ ਮੁਹਿੰਮ ਦੀ ਫਤਿਹ ਲਈ ਅਰਦਾਸ ਕਰਵਾਈ ਤੇ ਫਿਰ ਅਕਾਲੀਆਂ ਦੇ ਡੇਰੇ ਆਏ ਤੇ ਕਈ 100 ਰੁਪਏ ਦੇ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ ਤੇ ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਅਕਾਲੀ ਫੁੱਲਾ ਸਿੰਘ ਜੀ ਨੂੰ ਮਿਲੇ ਤੇ ਮੁਲਤਾਨ ਦੀ ਲੜਾਈ ਦੀਆਂ ਸਾਰੀਆਂ ਕਠਿਨਾਈਆਂ ਅਕਾਲੀ ਫੁੱਲਾ ਸਿੰਘ ਜੀ ਨੂੰ ਦੱਸੀਆਂ।
ਉਸ ਸਮੇਂ ਅਕਾਲੀ ਜੀ ਨੇ ਸ਼ੇਰੇ ਪੰਜਾਬ ਨੂੰ ਇੱਕ ਬੇਨਤੀ ਕੀਤੀ ਕਿ ਖਾਲਸਾ ਰਾਜ ਵਿੱਚ ਖਾਲਸੇ ਦਾ ਘਰ ਸੋਨੇ ਦਾ ਹੋਣਾ ਚਾਹੀਦਾ ਸੀ, ਜੋ ਕਿ ਅਜੇ ਤੱਕ ਨਹੀਂ ਹੋਇਆ। ਜੇ ਆਪ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਨੂੰ ਸੰਗਮਰਮਰ ਦਾ ਫਰਸ਼ ਤੇ ਸੋਨੇ ਦਾ ਵਰਕ ਲਵਾਉਣ ਦਾ ਅਰਦਾਸਾ ਸੁਝਾਓ ਤਾਂ ਅੱਜ ਹੀ ਫੌਜਾਂ ਰਣ ਵੱਲ ਜਾਣ ਨੂੰ ਤਿਆਰ ਨੇ। ਜੇ ਗੁਰੂ ਨੇ ਚਾਹਿਆ ਤਾਂ ਅਕਾਲੀ ਝੰਡਾ ਮੁਲਤਾਨ ਕਿਲੇ ਤੇ ਕੱਢ ਕੇ ਮੁੜਨਗੇ। ਤੇ ਤੁਹਾਨੂੰ ਦੱਸਦੀ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਆਮ ਹੀ ਵਰਤਾਰਾ ਸੀ ਕਿ ਜਦੋਂ ਵੀ ਔਕੜ ਉਹਨਾਂ ਨੂੰ ਪੇਸ਼ ਆਉਂਦੀ ਤਾਂ ਉਸੇ ਵੇਲੇ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਕੜਾਹ ਪ੍ਰਸ਼ਾਦ ਦੀ ਦੇ ਗੁਰੂ ਜੀ ਦੇ ਪੇਸ਼ ਕਰਕੇ ਅਰਦਾਸ ਕਰਵਾਉਂਦੇ ਤੇ ਉਹ ਗੁਰੂ ਕਾਰਜ ਪੂਰਾ ਹੁੰਦਾ ਸੀ। ਤੇ ਇਸੇ ਤਰ੍ਹਾਂ ਫਿਰ ਅਕਾਲੀਆਂ ਨੇ ਪੰਜਾਬ ਤੋਂ ਜਾ ਕੇ ਮੁਲਤਾਨ ਤੇ ਚੜ੍ਹਾਈ ਕਰ ਦਿੱਤੀ। ਇਹ ਜੱਥੇ ਵਿੱਚ ਅਕਾਲੀ ਫੁੱਲਾ ਸਿੰਘ ਸਮੇਤ 500 ਸਿਰ ਕੱਢਵੇਂ ਅਕਾਲੀ ਸੀ ਤੇ ਕਿਲੇ ਵਿੱਚ ਅਜੇ 3-4 ਗੋਲੇ ਹੀ ਚੱਲੇ ਸੀ। ਕਿਲੇ ਦੀ ਦੀਵਾਰ ਵਿੱਚ 2 ਪਾੜ ਪੈ ਗਏ ਤੇ ਇਹ ਗੋਲੇ ਅਕਾਲੀਆਂ ਦੀ ਖਾਸ ਤੋਪ ਦੇ ਸੀ, ਜਿਸ ਨੂੰ ਪੂਰੀ ਤਰ੍ਹਾਂ ਕੋਈ ਹੋਰ ਨਹੀਂ ਚਲਾ ਸਕਦਾ ਸੀ। ਤੇ ਪਾੜ ਪੈਣ ਤੇ ਅਕਾਲੀ ਸਿੰਘਾਂ ਨੇ ਅਕਾਲ ਦੇ ਜਕਾਰਿਆਂ ਨਾਲ ਆਕਾਸ਼ ਗੂੰਜਣ ਲਾ ਦਿੱਤਾ ਤੇ ਕਿਲੇ ਵਿੱਚ ਦੇਖਦੇ ਪਟਾਕੇ ਪਾ ਦਿੱਤੇ। ਦੂਜੇ ਪਾਸੇ ਗਾਜੀ ਵੀ ਪੂਰੇ ਜੋਸ਼ ਵਿੱਚ ਸੀ, ਪਰ ਅਕਾਲੀ ਫੂਲਾ ਸਿੰਘ ਤੇ ਮੁਜ਼ੱਫਰ ਖਾਨ ਦੇ ਆਮਣੋ ਸਾਹਮਣੇ ਹੋਣ ਤੇ ਕਈ ਕੁ ਵਾਰ ਇੱਕ ਦੂਜੇ ਤੇ ਕੀਤੇ ਗਏ, ਪਰ ਮੁਜ਼ੱਫਰ ਨੂੰ ਫੇਰਵੇਂ ਵਾਰ ਨਾਲ ਥੱਲੇ ਸੁੱਟ ਲਿਆ ਤੇ ਨਵਾਬ ਨੂੰ ਜਾਨੋਂ ਮਾਰ ਦਿੱਤਾ। ਤੇ ਜਿਸ ਤੋਂ ਬਾਅਦ ਆਪਣੇ ਨਵਾਬ ਨੂੰ ਮਰਦਾ ਦੇਖ ਕੇ ਗਾਜੀ ਵੀ ਮੈਦਾਨੋਂ ਭੱਜ ਗਏ। ਸੋ ਹੁਣ ਇਹ ਜੰਗ ਵਿੱਚ 12,000 ਤੋਂ ਵੱਧ ਗਾਜੀਆਂ ਸਣੇ ਨਵਾਬ ਮੁਜ਼ੱਫਰ ਖਾਨ ਤੇ ਉਸ ਦੇ 5 ਪੁੱਤਰ ਮਾਰੇ ਗਏ ਸੀ ਤੇ ਕਿਲੇ ਦਾ ਖਜ਼ਾਨਾ ਸਹਿਜਾਦੇ ਖੜਗ ਸਿੰਘ ਦੇ ਹਵਾਲੇ ਕੀਤਾ ਗਿਆ ਤੇ ਜਿਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਸੇ ਦਿਨ ਤੋਂ ਹੀ ਦਰਬਾਰ ਸਾਹਿਬ ਦੀ ਸੇਵਾ ਸ਼ੁਰੂ ਕਰ ਦਿੱਤੀ ਤੇ ਇਹ ਕਿਲੇ ਨੂੰ ਜਿੱਤਣ ਦੀ ਖੁਸ਼ੀ ਵਿੱਚ ਸ੍ਰੀ ਅੰਮ੍ਰਿਤਸਰ ਤੇ ਲਾਹੌਰ ਵਿੱਚ 8 ਦਿਨ ਬਰਾਬਰ ਦੀਪਮਾਲਾ ਹੁੰਦੀ ਰਹੀ ਤੇ 1830 ਤੱਕ ਮਹਾਰਾਜਾ ਰਣਜੀਤ ਸਿੰਘ ਜੀ ਨੇ 500 ਕਿਲੋ ਪਿਓਰ 24 ਕੈਰਟ ਸੋਨਾ ਮਤਲਬ 130 ਕਰੋੜ ਰੁਪਏ ਦੀ ਕੀਮਤ ਦੇ ਸੋਨੇ ਨਾਲ ਦਰਬਾਰ ਸਾਹਿਬ ਨੂੰ ਸਜਾ ਦਿੱਤਾ, ਜੋ ਕਿ ਉਸ ਸਮੇਂ ਬਹੁਤ ਵੱਡੀ ਗੱਲ ਸੀ। ਤੇ ਅੱਜ ਸਾਡੇ ਪੰਜਾਬ ਨੂੰ ਪੂਰੀ ਦੁਨੀਆ ਵਿੱਚ ਦਰਬਾਰ ਸਾਹਿਬ ਕਾਰਨ ਵੀ ਬਹੁਤ ਲੋਕ ਜਾਣਦੇ ਨੇ। ਇਹ ਮੁਹਿੰਮ ਤੋਂ ਬਾਅਦ ਜਦੋਂ ਮਹਾਰਾਜਾ ਸਾਹਿਬ ਅਕਾਲੀ ਫੁੱਲਾ ਸਿੰਘ ਜੀ ਨੂੰ ਮਿਲੇ ਤਾਂ ਬਹੁਤ ਖੁਸ਼ ਹੋਏ ਤੇ ਉਹਨਾਂ ਨੇ ਅਕਾਲੀ ਬਾਬਾ ਜੀ ਨੂੰ ਖਾਲਸਾ ਰਾਜ ਦਾ ਰਾਖਾ ਆਖ ਕੇ ਸੰਬੋਧਿਤ ਕੀਤਾ। ਇਹ ਜੰਗ ਇਤਿਹਾਸ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੀ ਹੈ। ਇਸ ਤੋਂ ਇਲਾਵਾ ਵੀ ਮਹਾਰਾਜ ਸਾਹਿਬ ਨੇ ਅਕਾਲੀ ਫੁੱਲਾ ਸਿੰਘ ਦੀ ਮਦਦ ਨਾਲ ਪਿਸ਼ਾਵਰ, ਕਸ਼ਮੀਰ ਤੇ ਹੋਰ ਮੈਦਾਨ ਜਿੱਤੇ ਤੇ ਇੱਕ ਵਾਰ ਅਕਾਲੀ ਜੀ ਅੰਮ੍ਰਿਤਸਰ ਨੂੰ ਛੱਡ ਕੇ ਆਨੰਦਪੁਰ ਜਾ ਕੇ ਰਹਿਣ ਲੱਗ ਪਏ ਸੀ। ਇਸ ਦੇ ਪਿੱਛੇ ਦਾ ਕਾਰਨ ਦੱਸਿਆ ਜਾਂਦਾ ਹੈ ਕਿ ਮਹਾਰਾਜਾ ਸਾਹਿਬ ਦਾ ਡੋਗਰਿਆਂ ਨੂੰ ਵੱਡੀ ਜ਼ਿੰਮੇਵਾਰੀ ਦੇ ਅਹੁਦੇ ਦੇਣਾ ਤੇ ਇਹਨਾਂ ਲੋਕਾਂ ਦਾ ਹਮੇਸ਼ਾ ਮਹਾਰਾਜਾ ਰਣਜੀਤ ਸਿੰਘ ਤੇ ਅਕਾਲੀਆਂ ਵਿੱਚ ਫੁੱਟ ਪਾਉਣ ਦਾ ਯਤਨ ਕਰਦੇ ਰਹਿਣਾ। ਇਹਨਾਂ ਕਾਰਨਾਂ ਨੂੰ ਦੇਖਦੇ ਹੋਏ ਅਕਾਲੀ ਜੀ ਸਿੱਧੇ ਲਾਹੌਰ ਪਹੁੰਚੇ, ਜਿੱਥੇ ਡੋਗਰਿਆਂ ਨੇ ਅਕਾਲੀ ਜੀ ਨੂੰ ਮਹਾਰਾਜਾ ਰਣਜੀਤ ਸਿੰਘ ਨਾਲ ਮਿਲਣ ਲਈ ਕਾਫੀ ਰੁਕਾਵਟਾਂ ਪਾਈਆਂ। ਜਿਸ ਤੋਂ ਬਾਅਦ ਕਾਫੀ ਦਿਨਾਂ ਬਾਅਦ ਅਕਾਲੀ ਜੀ ਨਾਲ ਮਹਾਰਾਜ ਦੇ ਸਾਹਮਣੇ ਪਹੁੰਚੇ ਤੇ ਫਤਿਹ ਬੁਲਾਈ ਤੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਖਾਲਸਾ ਰਾਜ ਵਿੱਚ ਇਹਨਾਂ ਬੰਦਿਆਂ ਨੂੰ ਬਾੜ ਕੇ ਸਹੀ ਨਹੀਂ ਕਰ ਰਹੇ। ਇਹ ਸਾਡੀ ਨੀਤੀ ਦੇ ਵਿਰੁੱਧ ਨੇ, ਜੋ ਕਿ ਸਾਡੇ ਰਾਜ ਦੇ ਵਿਰੁੱਧ ਨੇ। ਤੁਸੀਂ ਇਹਨਾਂ ਨੂੰ ਇੱਥੋਂ ਨਹੀਂ ਬਦਲੋਗੇ ਤਾਂ ਸਾਡੀ ਆਖਰੀ ਫਤਿਹ ਹੋਵੇਗੀ। ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਅਕਾਲੀ ਜੀ ਨੂੰ ਇਸ ਮਾਮਲੇ ਵਿੱਚ ਢਿੱਲੇ ਜਿਹੇ ਦਿਖੇ ਤਾਂ ਉਹਨਾਂ ਦੀ ਤਸੱਲੀ ਨਾ ਹੋਈ ਤੇ ਉਹ ਲਾਹੌਰ ਤੋਂ ਸ਼੍ਰੀ ਅੰਮ੍ਰਿਤਸਰ ਪਹੁੰਚੇ ਤੇ ਸਣੇ ਸਾਰੇ ਅਕਾਲੀ ਦਲ ਦੇ ਆਨੰਦਪੁਰ ਵੱਲ ਵਧੇ ਤੇ ਉੱਥੇ ਜਾ ਕੇ ਡੇਰੇ ਲਾ ਲਏ। ਇਹ ਉਹਨਾਂ ਦਾ ਆਪਣਾ ਬਗਾਵਤ ਦਾ ਤਰੀਕਾ ਸੀ। ਅਕਾਲੀ ਜੀ ਇਸ ਕਰਕੇ ਡੋਗਰਿਆਂ ਨੂੰ ਪਸੰਦ ਨਹੀਂ ਸੀ ਕਰਦੇ ਕਿਉਂਕਿ ਉਹ ਜਿਸ ਵੀ ਰਾਜ ਨਾਲ ਜੁੜਦੇ ਸੀ ਉਸ ਨੂੰ ਤਬਾਹ ਕਰ ਦਿੰਦੇ ਸੀ ਅੰਦਰੋਂ ਅੰਦਰੀ। ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਨੂੰ ਵੀ ਅੱਗੇ ਚੱਲ ਕੇ ਇਹਨਾਂ ਨੇ ਹੀ ਖਤਮ ਕੀਤਾ ਸੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਅਕਾਲੀ ਫੁੱਲਾ ਸਿੰਘ ਜੀ ਦੀ ਕਾਫੀ ਇੱਜ਼ਤ ਕਰਦੇ ਸੀ। ਇੱਕ ਵਾਰ ਅਕਾਲੀ ਫੁੱਲਾ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਸਜ਼ਾ ਲਗਾ ਦਿੱਤੀ ਸੀ, ਜਿਸ ਦਾ ਕਾਰਨ ਸੀ ਮਹਾਰਾਜਾ ਦਾ ਇੱਕ ਮੁਸਲਿਮ ਨ੍ਰਿਤਕੀ ਨਾਲ ਵਿਆਹ ਕਰਵਾਉਣ ਦਾ, ਜੋ ਕਿ ਅਕਾਲੀ ਫੁੱਲਾ ਸਿੰਘ ਜੀ ਗਲਤ ਮੰਨਦੇ ਸੀ। ਤੇ ਜਦੋਂ ਉਹ ਇਸ ਤੋਂ ਬਾਅਦ ਦਰਸ਼ਨ ਲਈ ਦਰਬਾਰ ਸਾਹਿਬ ਆਏ ਤਾਂ ਉਹ ਅਜੇ ਵੱਡੀ ਪਰਿਕਰਮਾ ਲੰਘ ਕੇ ਦਰਸ਼ਨੀ ਡਿਊਟੀ ਦੇ ਲਾਗੇ ਹੀ ਪਹੁੰਚੇ ਸੀ ਕਿ ਅਕਾਲੀ ਫੁੱਲਾ ਸਿੰਘ ਜੀ ਨੂੰ ਉਹਨਾਂ ਦੇ ਆਉਣ ਦੀ ਖਬਰ ਮਿਲ ਗਈ। ਜਿਸ ਤੋਂ ਬਾਅਦ ਅਕਾਲੀ ਜੀ ਨੰਗੀ ਤਲਵਾਰ ਹੱਥ ਵਿੱਚ ਲੈ ਕੇ ਦਰਸ਼ਨੀ ਡਿਊਟੀ ਤੇ ਆ ਖਲੋਤੇ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਤਾੜ ਕੇ ਆਖਿਆ, ਖਬਰਦਾਰ ਇਸ ਦੇ ਅੰਦਰ ਪੈਰ ਨਾ ਪਾਈ। ਇਸ ਪਾਵਨ ਪਵਿੱਤਰ ਗੁਰੂ ਧਾਮ ਤੇ ਤਨਖਾਹੀਆਂ ਲਈ ਕੋਈ ਥਾਂ ਨਹੀਂ। ਤਾਂ ਮਹਾਰਾਜਾ ਜੀ ਨੇ ਉਸੇ ਵਕਤ ਨਿਮਰਤਾ ਨਾਲ ਕਿਹਾ ਕਿ ਮੇਰੇ ਤੋਂ ਜੋ ਭੁੱਲ ਹੋਈ ਹੈ ਮੈਂ ਉਹ ਭੁੱਲ ਸੰਗਤ ਦੀ ਹਜ਼ੂਰੀ ਵਿੱਚ ਬਖਸ਼ਾਉਣ ਲਈ ਤਿਆਰ ਹਾਂ। ਤਾਂ ਅਕਾਲੀ ਫੁੱਲਾ ਸਿੰਘ ਜੀ ਨੇ ਮਹਾਰਾਜਾ ਜੀ ਦੇ 21 ਕੋੜੇ ਲਾਏ ਜਾਣ ਦੀ ਸਜ਼ਾ ਦਿੱਤੀ ਤੇ ਉਸ ਸਮੇਂ ਮਹਾਰਾਜਾ ਨੇ ਇਸ ਦਾ ਵਿਰੋਧ ਵੀ ਨਹੀਂ ਕੀਤਾ ਤੇ ਬੜੀ ਨਿਮਰਤਾ ਨਾਲ ਇਮਲੀ ਦੇ ਦਰਖਤ ਦੇ ਨਾਲ ਜਾ ਕੇ ਖਲੋਤੇ ਤੇ ਪੰਥ ਦੇ ਹੁਕਮ ਅਨੁਸਾਰ ਕੋੜੇ ਖਾਣ ਲਈ ਤਿਆਰ ਹੋ ਗਏ। ਉਸੇ ਸਮੇਂ ਪੰਥ ਦੇ ਹੁਕਮ ਅੱਗੇ ਮਹਾਰਾਜ ਨੂੰ ਝੁਕਿਆ ਦੇਖ ਕੇ
ਸੰਗਤ ਵਿੱਚ ਆਵਾਜ਼ਾਂ ਆਈਆਂ ਕਿ ਇਹ ਸਾਡੇ ਮਹਾਰਾਜ ਨੇ। ਇਹਨਾਂ ਦੀ ਇਹੀ ਵੱਡੀ ਬਹਾਦਰੀ ਹੈ ਕਿ ਇਹ ਰਾਜ ਦੇ ਮਾਲਕ ਹੋਣ ਤੋਂ ਬਾਅਦ ਵੀ ਸਜ਼ਾ ਲਈ ਤਿਆਰ ਹੋ ਗਏ। ਇਹਨਾਂ ਨੂੰ ਸਰੀਰਕ ਸਜ਼ਾ ਨਾ ਦਿੱਤੀ ਜਾਵੇ, ਜਿਸ ਤੋਂ ਬਾਅਦ ਅਕਾਲੀ ਫੁੱਲਾ ਸਿੰਘ ਜੀ ਨੇ ਉਹਨਾਂ ਦੀ ਸਜ਼ਾ ਘਟਾ ਕੇ 21 ਦਿਨ ਝੂਠੇ ਬਰਤਨ ਸਾਫ਼ ਕਰਨ ਦੀ ਸੇਵਾ ਲਾ ਦਿੱਤੀ, ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨੇ ਸੇਵਾ ਭਾਵਨਾ ਨਾਲ ਪੂਰਾ ਕੀਤਾ। ਇਹ ਉਸ ਸਮੇਂ ਸਰਦਾਰਾਂ ਦੇ ਕਿਰਦਾਰ ਸੀ ਜੋ ਕਿ ਬਹੁਤ ਉੱਚੇ ਤੇ ਸੁੱਚੇ ਸੀ। ਸੋ ਕਮਾਲ ਦੀ ਗੱਲ ਹੈ, ਜੇਕਰ ਕੋਈ ਅਜਿਹਾ ਇਨਸਾਨ ਪੈਦਾ ਹੋਇਆ ਕਿ ਰਾਜੇ ਨੂੰ ਸਜ਼ਾ ਲਾ ਦੇਣ ਵਾਲਾ, ਤਾਂ ਉਹ ਅਕਾਲੀ ਫੁੱਲਾ ਸਿੰਘ ਜੀ ਸੀ। ਤੇ ਉਸ ਤੋਂ ਹੀ ਵੱਡੀ ਗੱਲ ਇਹ ਆ ਕਿ ਇੱਕ ਰਾਜਾ ਅਜਿਹਾ ਪੈਦਾ ਹੋਇਆ ਸੀ ਜੋ ਹਰ ਤਰ੍ਹਾਂ ਦੀ ਸਜ਼ਾ ਮਨਜ਼ੂਰ ਕਰਨ ਲਈ ਤਿਆਰ ਸੀ। ਤੇ ਹੁਣ ਗੱਲ ਕਰਦੇ ਹਾਂ ਜਨਵਰੀ 1823 ਵਿੱਚ ਮੁਹੰਮਦ ਅਜੀਮ ਖਾਨ, ਜੋ ਕਿ ਕਾਬਲ ਦਾ ਹਾਕਮ ਸੀ, ਉਹ ਬਹੁਤ ਤਿਆਰੀਆਂ ਕਰਕੇ ਸਿੱਖਾਂ ਤੋਂ ਆਪਣਾ ਰਾਜ ਪਿਸ਼ਾਵਰ ਤੇ ਮੁਲਤਾਨ ਤੇ ਮੁੜ ਕਬਜ਼ਾ ਜਮਾਉਣ ਲਈ ਅੱਗੇ ਵਧਿਆ। ਮੁਹੰਮਦ ਅਜੀਮ ਖਾਨ ਨੇ 12 ਫਰਵਰੀ ਨੂੰ ਬਿਨਾਂ ਕਿਸੇ ਰੋਕ ਟੋਕ ਦੇ ਸ਼ਹਿਰ ਤੇ ਕਬਜ਼ਾ ਕਰ ਲਿਆ ਤੇ ਆਪਣੇ ਨਾਲ ਕਾਬਲ ਤੋਂ ਲੈ ਕੇ ਦੀਰ, ਬਜੋੜ, ਜਾਬਤ, ਬਨੇਰ, ਬਜੇਈ ਤੇ ਹੋਰ ਬਹੁਤ ਰਾਜਾਂ ਦੇ ਜਹਾਦੀ ਆਪਣੇ ਨਾਲ ਜੋੜ ਲਏ। ਉਸ ਨੇ ਇਸ ਜੰਗ ਨੂੰ ਕਾਫਿਰ ਤੇ ਇਸਲਾਮ ਦੀ ਲੜਾਈ ਕਹਿ ਕੇ ਉਹਨਾਂ ਲੋਕਾਂ ਵਿੱਚ ਜੰਗ ਲਈ ਅੰਗਾਰੀ ਲਾਈ। ਉਸ ਦੇ ਨਾਲ ਹੋਰ ਸਰਹੱਦੀ ਕੌਮਾਂ ਦਾ ਇਕੱਠ ਵੀ ਵੱਧ ਗਿਆ ਤੇ ਜੰਗ ਲਈ ਉਹਨਾਂ ਨੇ ਨੁਸ਼ਹਿਰਾ ਤੇ ਹਿਸਤ ਨਗਰ ਦੇ ਖੁੱਲੇ ਮੈਦਾਨ ਚੁਣੇ ਤੇ ਅਟਕ ਦਰਿਆ ਤੋਂ ਪਾਰ ਆਪਣੇ ਮੋਰਚੇ ਲਾ ਲਏ, ਤਾਂ ਕਿ ਪਹਿਲਾਂ ਤਾਂ ਸਿੱਖਾਂ ਦੀ ਫੌਜ ਨੂੰ ਦਰਿਆ ਅਟਕ ਤੋਂ ਪਾਰ ਹੀ ਰੋਕਿਆ ਜਾਵੇ ਤੇ ਜੇ ਸਿੱਖ ਫੌਜ ਇਹ ਦਰਿਆ ਪਾਰ ਕਰੇ ਤਾਂ ਇੱਥੇ ਹੀ ਰੋਕ ਕੇ ਐਸਾ ਹੱਲਾ ਕੀਤਾ ਜਾਵੇ ਕਿ ਕੋਈ ਸਿੱਖ ਬਚ ਨਾ ਸਕੇ। ਤੇ ਮੁਹੰਮਦ ਅਜੀਮ ਨੇ ਨੁਸ਼ਹਿਰੇ ਤੇ ਹਿਸਤ ਨਗਰ ਦੀਆਂ ਗਾਜੀਆਂ ਵਿੱਚ ਗੋਲੀਆਂ, ਬਾਰੂਦ, ਹਥਿਆਰ ਤੇ ਹੋਰ ਜੰਗੀ ਸਮਾਨ ਹਿੱਲਾਂ ਵਾਂਗ ਵੱਢ ਦਿੱਤਾ। ਇਹ ਸਾਰੀ ਹਲਚਲ ਬਾਰੇ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਲਾਹੌਰ ਬੈਠਿਆਂ ਪਤਾ ਲੱਗਿਆ ਤਾਂ ਉਹਨਾਂ ਨੇ ਬਹੁਤ ਜਲਦੀ 2000 ਘੋੜ ਚੜੇ ਫੌਜੀ ਸ਼ਹਿਜ਼ਾਦਾ ਸ਼ੇਰ ਸਿੰਘ ਤੇ ਹਰੀ ਸਿੰਘ ਨਲੂਆ ਦੀ ਸਰਦਾਰੀ ਵਿੱਚ ਗਾਜ਼ੀਆਂ ਨੂੰ ਰੋਕਣ ਲਈ ਭੇਜ ਦਿੱਤਾ ਤੇ ਆਪ ਖੁਦ ਅਕਾਲੀ ਫੁੱਲਾ ਸਿੰਘ, ਸਰਦਾਰ ਦੇਸਾ ਸਿੰਘ, ਮਜੀਠੀਆ ਤੇ ਹੋਰ 94 ਸਰਦਾਰਾਂ ਨਾਲ 5ਵੇਂ ਦਿਨ ਉੱਥੇ ਪਹੁੰਚ ਗਏ। ਪਰ ਗਾਜ਼ੀਆਂ ਵੱਲੋਂ ਅਟਕ ਦਰਿਆ ਤੇ ਸਾਰੇ ਪੁਲ ਤੋੜ ਦਿੱਤੇ ਗਏ ਸੀ ਤਾਂ ਕਿ ਫੌਜ ਇਸ ਨੂੰ ਪਾਰ ਨਾ ਕਰ ਸਕੇ ਤੇ ਹੁਣ ਨਵੇਂ ਸਿਰੋਂ ਪੁਲ ਬਣਾਉਣਾ ਥੋੜਾ ਸੰਭਵ ਦੱਸਿਆ। ਤੇ ਸ਼ਹਿਜ਼ਾਦਾ ਸ਼ੇਰ ਸਿੰਘ ਤੇ ਹਰੀ ਸਿੰਘ ਨਲੂਆ ਕੁਝ ਦਿਨ ਪਹਿਲਾਂ ਉੱਥੇ ਪਹੁੰਚੇ ਸੀ। ਉਹਨਾਂ ਨੇ ਦਰਿਆ ਪਾਰ ਕਰਕੇ ਇੱਕ ਛੋਟੇ ਕਿਲੇ ਤੇ ਕਬਜ਼ਾ ਕਰ ਲਿਆ ਸੀ। ਕਿਲੇ ਤੇ ਕਬਜ਼ਾ ਕਰਨ ਬਾਅਦ ਜਦੋਂ ਉਹ ਕਿਲੇ ਦੇ ਅੰਦਰ ਮੌਜੂਦ ਸੀ ਤਾਂ ਬਾਹਰੋਂ ਅਫਗਾਨਾਂ ਨੇ ਉਸ ਕਿਲੇ ਨੂੰ ਘੇਰਾ ਪਾ ਲਿਆ, ਜਿਸ ਵਿੱਚ ਕੈਦ ਕੁਝ ਹਜ਼ਾਰਾਂ ਸਿੰਘਾਂ ਦੀ ਫੌਜ ਵੀ ਸੀ। ਜਦੋਂ ਇਸ ਗੱਲ ਦਾ ਅਕਾਲੀ ਫੁੱਲਾ ਸਿੰਘ ਜੀ ਨੂੰ ਪਤਾ ਲੱਗਿਆ ਤਾਂ ਉਹ ਪਲ ਵੀ ਉੱਥੇ ਠਹਿਰ ਨਾ ਸਕੇ ਤੇ 500 ਘੋੜਿਆਂ ਚੜੇ ਅਕਾਲੀਆਂ ਸਮੇਤ ਆਪਣੇ ਘੋੜੇ ਤੇ ਠਾਠਾਂ ਮਾਰਦੇ ਦਰਿਆ ਨੂੰ ਪਾਰ ਕਰ ਲਿਆ ਤੇ ਇਸ ਦੌਰਾਨ ਕੁਝ ਸਿੰਘ ਪਾਣੀ ਵਿੱਚ ਵੀ ਰੁੜ ਗਏ ਤੇ ਇਸ ਦੇ ਪਿੱਛੋਂ ਮਹਾਰਾਜਾ ਸਾਹਿਬ ਸਣੇ ਸਾਰੇ ਸਰਦਾਰਾਂ ਨੇ ਅਕਾਲੀ ਜੀ ਦੇ ਪਿੱਛੇ ਪਿੱਛੇ ਅਟਕ ਦਰਿਆ ਪਾਰ ਕੀਤਾ ਤੇ ਜਾਂਦੇ ਸਾਰ ਹੀ ਗਾਜ਼ੀਆਂ ਨੂੰ ਭਾਜਣਾ ਪਾ ਦਿੱਤੀਆਂ ਤੇ ਹਰੀ ਸਿੰਘ ਨਲੂਆ ਜੀ ਵਾਲੇ ਕਿਲੇ ਤੇ ਕਬਜ਼ਾ ਕੀਤਾ ਤੇ ਜੋ ਗਾਜ਼ੀ ਉੱਥੋਂ ਭੱਜੇ ਉਹਨਾਂ ਨੇ ਨੁਸ਼ਹਿਰੇ ਵਿੱਚ ਜਾ ਕੇ ਜੰਗ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਉਹ ਉੱਚੀ ਪਹਾੜੀ ਤੇ ਬਹੁਤ ਮਜ਼ਬੂਤ ਮੋਰਚਾਬੰਦੀ ਕਰੀ ਬੈਠੇ ਸੀ ਤੇ ਦੂਜੇ ਪਾਸੇ ਮਹਾਰਾਜਾ ਸਾਹਿਬ ਨੇ ਵੀ ਸਾਰੇ ਸਰਦਾਰਾਂ ਨਾਲ ਇੱਕ ਮੀਟਿੰਗ ਕੀਤੀ, ਕਿਹਾ ਕਿ ਸਾਨੂੰ ਅੱਜ ਦੀ ਰਾਤ ਆਰਾਮ ਕਰਨਾ ਚਾਹੀਦਾ ਹੈ ਤੇ ਕੱਲ ਸਵੇਰੇ ਉਸ ਪਹਾੜੀ ਤੇ ਹਮਲਾ ਕਰਨ ਲਈ ਵਧਣਾ ਚਾਹੀਦਾ ਹੈ। ਪਰ ਅਕਾਲੀ ਫੁੱਲਾ ਸਿੰਘ ਜੀ ਦਾ ਦਿਮਾਗ ਯੁੱਧ ਵਿੱਚ ਪੈਂਤੜੇ ਬਣਾਉਣ ਲਈ ਬਹੁਤ ਤੇਜ਼ ਸੀ। ਉਹਨਾਂ ਨੇ ਕਿਹਾ ਕਿ ਆਪਾਂ ਨੂੰ ਅਫਗਾਨੀ ਫੌਜਾਂ ਨੂੰ ਕੱਲ ਤੱਕ ਦਾ ਸਮਾਂ ਨਹੀਂ ਦੇਣਾ ਚਾਹੀਦਾ। ਕੱਲ ਤੱਕ ਉਹ ਹੋਰ ਫੌਜ ਮੰਗਵਾ ਕੇ ਮਜ਼ਬੂਤ ਹੋ ਜਾਣਗੇ ਤੇ ਸਾਡੇ ਕੋਲ ਤੋਪਖਾਨਾ ਨੂੰ ਛੱਡ ਕੇ ਬਾਕੀ ਸਾਰਾ ਕੁਝ ਮੌਜੂਦ ਹੈ ਤੇ ਬਾਕੀ ਫੌਜ ਦੇ ਆਰਾਮ ਕਰਨ ਦੀ ਗੱਲ ਤੁਸੀਂ ਛੱਡ ਦਿਓ। ਖਾਲਸਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਹੀ ਰਹਿੰਦਾ ਹੈ। ਇਹਨਾਂ ਨੂੰ ਗੁਰੂ ਦੀ ਦੇਗ ਬਣਾ ਕੇ ਛਕਾਈ ਜਾਵੇ, ਜਿਸ ਨਾਲ ਇਹ ਫੇਰ ਤੋਂ ਜੋਸ਼ ਵਿੱਚ ਆ ਜਾਣਗੇ। ਤੇ ਉਸ ਸਮੇਂ ਖਾਲਸਾ ਫੌਜ ਦੇ ਨਾਲ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਬੱਗੀ ਚੱਲਦੀ ਸੀ, ਜਿਸ ਦੀ ਹਜ਼ੂਰੀ ਵਿੱਚ ਅਰਦਾਸ ਕਰਕੇ ਹਮਲਾ ਸ਼ੁਰੂ ਕਰਦੇ ਸੀ। ਅਕਾਲੀ ਫੁੱਲਾ ਸਿੰਘ ਜੀ ਨੇ ਸਾਰਿਆਂ ਨੂੰ ਪੁੱਛਿਆ ਕਿ ਅੱਜ ਰਾਤ ਹੀ ਹਮਲਾ ਕਰਨ ਤੇ ਕਿਸੇ ਨੂੰ ਇਤਰਾਜ਼ ਤਾਂ ਨਹੀਂ, ਜੇ ਕੋਈ ਸਵਾਲ ਜਵਾਬ ਹੈ ਤਾਂ ਹੁਣ ਕਰ ਲਵੋ। ਤਾਂ ਸਾਰੇ ਹੀ ਉਹਨਾਂ ਨਾਲ ਸਹਿਮਤ ਹੋ ਗਏ। ਅਕਾਲੀ ਜੀ ਨੇ ਗੁਰੂ ਜੀ ਦੀ ਹਜ਼ੂਰੀ ਵਿੱਚ ਅਰਦਾਸ ਕਰਕੇ ਤਰੱਕੀ ਪਹਾੜੀ ਵੱਲ ਅਕਾਲੀ ਫੌਜਾਂ ਨੇ ਕੂਚ ਕਰ ਦਿੱਤੀ। ਹੁਣ ਸਭ ਤੋਂ ਅੱਗੇ ਅਕਾਲੀ ਫੁੱਲਾ ਸਿੰਘ ਤੇ ਉਹਨਾਂ ਦੀ ਫੌਜ ਚੱਲ ਰਹੀ ਸੀ, ਬਾਕੀ ਸਾਰੇ ਸਰਦਾਰ ਤੇ ਫੌਜਾਂ ਉਹਨਾਂ ਦੇ ਪਿੱਛੇ ਸੀ। ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਇੱਕ ਖਬਰੀ ਤੋਂ ਪਤਾ ਲੱਗਿਆ ਕਿ ਪਹਾੜੀ ਤੇ ਗਾਜ਼ੀਆਂ ਦਾ ਤੋਪਖਾਨਾ ਪਹੁੰਚ ਗਿਆ ਹੈ, ਪਰ ਆਪਣੇ ਵਾਲਾ ਤੋਪਖਾਨਾ ਅਜੇ ਨਹੀਂ ਪਹੁੰਚਿਆ, ਜਿਸ ਕਰਕੇ ਅਜੀਮ ਖਾਨ ਸਾਡਾ ਵੱਡਾ ਨੁਕਸਾਨ ਕਰ ਸਕਦਾ ਹੈ। ਇਸ ਕਰਕੇ ਉਸ ਖਬਰੀ ਨੇ ਆਪਣੇ ਸਿੱਖ
ਜਥੇ ਨੂੰ ਰੋਕਣ ਦੀ ਬੇਨਤੀ ਕੀਤੀ। ਮਹਾਰਾਜਾ ਸਾਹਿਬ ਨੇ ਇਹ ਸੁਣ ਕੇ ਘੋੜਾ ਭਜਾਇਆ ਤੇ ਅਕਾਲੀ ਫੁੱਲਾ ਸਿੰਘ ਜੀ ਨੂੰ ਤੋਪਖਾਨਾ ਆਉਣ ਤੱਕ ਜੰਗ ਰੋਕਣ ਦੀ ਬੇਨਤੀ ਕੀਤੀ। ਇਸ ਗੱਲ ਨੂੰ ਸੁਣ ਕੇ ਅਕਾਲੀ ਫੁੱਲਾ ਸਿੰਘ ਜੀ ਗੁੱਸੇ ਨਾਲ ਲਾਲ ਹੋ ਗਏ ਤੇ ਕਿਹਾ ਕਿ ਪਰੇ ਹੋ ਜਾ ਕਾਣਿਆ, ਨਹੀਂ ਤਾਂ ਮੈਂ ਤੇਰੇ ਹੀ ਸ਼ਮਸ਼ੀਰ ਆਰ-ਪਾਰ ਕਰ ਦਿਆਂਗਾ। ਮਤਲਬ ਇੱਕ ਜਥੇਦਾਰ ਆਪਣੇ ਮਹਾਰਾਜ ਦੇ ਸ਼ਮਸ਼ੀਰ ਆਰ-ਪਾਰ ਕਰ ਦੇਵੇਗਾ। ਮੈਂ ਆਪਣੀ ਅਰਦਾਸ ਗੁਰੂ ਗ੍ਰੰਥ ਸਾਹਿਬ ਅੱਗੇ ਕਰਕੇ ਤੁਰਿਆ ਤੇ ਮੈਨੂੰ ਤੋਪਾਂ ਨਾਲੋਂ ਜ਼ਿਆਦਾ ਆਪਣੀ ਅਰਦਾਸ ਤੇ ਭਰੋਸਾ ਹੈ ਤੇ ਮੈਂ ਹੁਣ ਉਸ ਅਰਦਾਸ ਦੀ ਬੇਅਦਬੀ ਨਹੀਂ ਹੋਣ ਦੇਣੀ। ਅਸੀਂ ਤਾਂ ਹੁਣ ਜਿੱਤ ਕੇ ਹੀ ਰੁਕਾਂਗੇ। ਇਹ ਕਹਿ ਕੇ ਅਕਾਲੀਆਂ ਦੀ ਫੌਜ ਸਭ ਤੋਂ ਅੱਗੇ ਤੋਪ ਦੇ ਗੋਲਿਆਂ ਦਾ ਸਾਹਮਣਾ ਕਰਦੀ ਮੋਰਚੇ ਕੋਲ ਪਹੁੰਚ ਗਈ। ਨਿਹੰਗ ਸਿੰਘ ਘੋੜਿਆਂ ਤੋਂ ਉਤਰ ਕੇ ਮੋਰਚੇ 'ਚ ਵੜੇ ਤੇ ਜਾਂਦੇ ਹੀ ਖਲਾਰਾ ਪਾ ਦਿੱਤਾ, ਜਿਸ ਕਰਕੇ ਤੋਪਚੀਆਂ ਦਾ ਧਿਆਨ ਭੰਗ ਹੋ ਗਿਆ ਤੇ ਸਾਰੀ ਖਾਲਸਾ ਫੌਜ ਮੋਰਚੇ ਵਿੱਚ ਪਹੁੰਚ ਗਈ। ਸਵੇਰੇ ਤੋਂ ਸ਼ਾਮ ਤੱਕ ਦੋਨਾਂ ਵਿਚਕਾਰ ਵੱਢ ਟੁੱਕ ਚੱਲੀ ਤੇ ਸਿੱਖ ਅਫਗਾਨਾਂ ਉੱਤੇ ਭਾਰੀ ਪੈ ਗਏ। ਪਰ ਉਸੇ ਸਮੇਂ ਮੁਹੰਮਦ ਅਜੀਮ ਖਾਨ ਨੇ ਆਪਣੇ ਪੱਕੇ ਨਿਸ਼ਾਨਚੀ ਨੂੰ ਸੱਦ ਕੇ ਅਕਾਲੀ ਫੁੱਲਾ ਸਿੰਘ ਜੀ ਤੇ ਨਿਸ਼ਾਨ ਸੱਦਣ ਲਈ ਕਿਹਾ। ਜਿਸ ਤੋਂ ਬਾਅਦ ਇੱਕ ਨਿਸ਼ਾਨਚੀ ਨੇ ਇੱਕ ਪਹਾੜੀ ਵਰਗੇ ਪੱਥਰ ਪਿੱਛੋਂ 4 ਗੋਲੀਆਂ ਵਾਲੀ ਕਾਰਬੀਨ ਵਿੱਚ ਅਕਾਲੀ ਜੀ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪਹਿਲੀ ਗੋਲੀ ਅਕਾਲੀ ਫੁੱਲਾ ਸਿੰਘ ਜੀ ਦੇ ਪੱਟ ਵਿੱਚੋਂ ਆਰ-ਪਾਰ ਹੋ ਕੇ ਘੋੜੇ ਦੇ ਜਾ ਲੱਗੀ, ਜੋ ਕਿ ਉਹਨਾਂ ਦਾ ਸਭ ਤੋਂ ਪਸੰਦੀਦਾ ਘੋੜਾ ਸੀ, ਜਿਸ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਅਕਾਲੀ ਫੁੱਲਾ ਸਿੰਘ ਜੀ ਜ਼ਖਮੀ ਹੋਣ ਦੇ ਬਾਵਜੂਦ ਵੀ ਦੁਸ਼ਮਣਾਂ ਦਾ ਡਟ ਕੇ ਮੁਕਾਬਲਾ ਕਰਦੇ ਰਹੇ। ਪਰ 2 ਘੰਟੇ ਬਾਅਦ ਅਜੀਮ ਖਾਨ ਦੇ ਇੱਕ ਦੂਜੇ ਨਿਸ਼ਾਨਚੀ ਨੇ ਦਰਖਤ ਤੇ ਚੜ੍ਹ ਕੇ ਅਕਾਲੀ ਫੁੱਲਾ ਸਿੰਘ ਜੀ ਤੇ 7 ਗੋਲੀਆਂ ਚਲਾਈਆਂ, ਜੋ ਉਹਨਾਂ ਦੇ ਸੀਨੇ ਵਿੱਚੋਂ ਆਰ-ਪਾਰ ਹੋ ਗਈਆਂ। ਸਿੱਖਾਂ ਨੇ ਅਫਗਾਨੀਆਂ ਨੂੰ ਇਹ ਜੰਗ ਤਾਂ ਹਰਾ ਦਿੱਤੀ ਸੀ, ਪਰ ਅਕਾਲੀ ਫੁੱਲਾ ਸਿੰਘ ਜੀ ਵਰਗੇ ਮਹਾਨ ਯੋਧੇ ਨੂੰ ਇਸ ਜੰਗ ਦੇ ਦੌਰਾਨ ਸਿੱਖਾਂ ਨੇ ਖੋ ਦਿੱਤਾ ਤੇ ਮੁਹੰਮਦ ਅਜੀਮ ਖਾਨ ਨੇ ਗਾਜ਼ੀਆਂ ਨਾਲ ਭੱਜ ਕੇ ਬੜੀ ਮੁਸ਼ਕਲ ਨਾਲ ਜਾਨ ਬਚਾਈ ਤੇ ਪਸ਼ਾਵਰ ਦੀ ਹਕੂਮਤ ਤੋਂ ਸਦਾ ਲਈ ਐਸਾ ਨਿਰਾਸ਼ ਹੋਇਆ ਕਿ ਫੇਰ ਜਿਉਂਦੇ ਜੀ ਇੱਧਰ ਵੱਲ ਮੂੰਹ ਨਾ ਫੇਰਿਆ ਤੇ ਸਿੱਖ ਵੀ ਜਿੱਤ ਦੇ ਜੋਸ਼ ਵਿੱਚ ਕਈ ਖੂਹਾਂ ਤੱਕ ਮਾਰਦੇ ਕੁੱਤਰਦੇ ਪਿੱਛੇ ਗਏ। ਜਦੋਂ ਉਹ ਗਾਜ਼ੀਆਂ ਨੂੰ ਭਜਾ ਕੇ ਵਾਪਸ ਪਿੱਛੇ ਮੁੜੇ ਤਾਂ ਅਕਾਲੀ ਫੁੱਲਾ ਸਿੰਘ ਜੀ ਦੀ ਸ਼ਹੀਦੀ ਦੀ ਕਲੇਜੇ ਬਿੰਨਵੀਂ ਖਬਰ ਫੌਜ ਵਿੱਚ ਫੈਲ ਗਈ ਤੇ ਇਹ ਖਬਰ ਸੁਣ ਕੇ ਮਹਾਰਾਜਾ ਰਣਜੀਤ ਸਿੰਘ ਜੀ ਵੀ ਹਿੱਲ ਗਏ। ਉਹਨਾਂ ਦੇ ਫਰਨ ਅਥਰੂ ਅੱਖਾਂ ਤੋਂ ਨਿਕਲ ਆਏ। ਅਕਾਲੀ ਫੁੱਲਾ ਸਿੰਘ ਦੀ ਅਲੌਕਿਕ ਬਹਾਦਰੀ ਤੇ ਅਦੁੱਤੀ ਕ੍ਰਿਰਤਾ ਨੇ ਸਾਰੀ ਫੌਜ ਤੇ ਜਾਦੂ ਭਰਿਆ ਅਸਰ ਕਰ ਰੱਖਿਆ। ਦੂਜੇ ਦਿਨ ਸਵੇਰੇ ਅਕਾਲੀ ਜੀ ਦਾ ਸੰਸਕਾਰ ਦਰਿਆ ਕੰਢੇ ਦੇ ਕਿਨਾਰੇ ਭਾਰੀ ਫੌਜ ਬੜੀ ਧੂਮ-ਧਾਮ ਨਾਲ ਕੀਤਾ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਅਕਾਲੀ ਫੁੱਲਾ ਸਿੰਘ ਜੀ ਦੇ ਚਲਾਣੇ ਨੂੰ ਖਾਲਸਾ ਰਾਜ ਦੇ ਵੱਡੇ ਧਾਮੂ ਦਾ ਟੁੱਟ ਜਾਣਾ ਦੱਸਿਆ। ਤੁਹਾਨੂੰ ਦੱਸ ਦਈਏ ਕਿ ਮਹਾਰਾਜਾ ਰਣਜੀਤ ਸਿੰਘ ਜੀ ਇਸ ਜੰਗ ਨੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਮੁਸ਼ਕਲ ਜੰਗ ਮੰਨਦੇ ਸੀ। ਉਹਨਾਂ ਨੂੰ ਆਰੰਭ ਵਿੱਚ ਇਸ ਦੇ ਫਤਿਹ ਹੋਣ ਦੀ ਆਸ ਬਹੁਤ ਘੱਟ ਸੀ। ਇਹ ਕੇਵਲ ਅਕਾਲੀ ਫੁੱਲਾ ਸਿੰਘ ਜੀ ਦੀ ਨਿਰਭੈ ਸੂਰਬੀਰਤਾ ਦਾ ਸੱਟਾ ਹੀ ਨਿਕਲਿਆ ਜੋ ਇਹ ਲੜਾਈ ਨੂੰ ਫਤਿਹ ਕਰ ਪਾਈ ਸੀ ਤੇ ਜਿਸ ਕਾਰਨ ਖਾਲਸਾ ਰਾਜ ਵਿੱਚ ਹੋਰ ਵਾਧਾ ਹੋਇਆ ਤੇ ਇਸ ਤਰ੍ਹਾਂ ਅਕਾਲੀ ਫੁੱਲਾ ਸਿੰਘ ਜੀ ਅਮਰ ਹੋ ਗਏ। ਸੋ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਦੀ ਨਾਲ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਇਨਫੋਰਮੇਸ਼ਨ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚ ਸਕੇ ਤੇ ਅਕਾਲੀ ਫੁੱਲਾ ਸਿੰਘ ਜੀ ਦੇ ਇਤਿਹਾਸ ਬਾਰੇ ਸਭ ਨੂੰ ਪਤਾ ਲੱਗ ਸਕੇ। ਤੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਲੈਣ ਲਈ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਜਰੂਰ ਕਰਿਓ, ਉੱਥੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਮਿਲਦਾ ਹੈ। ਸੋ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਬੈਲ ਦਾ ਬਟਨ ਜਰੂਰ ਦਬ ਲਿਓ ਤਾਂ ਜੋ ਸਾਡੀ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ। ਥੈਂਕ ਯੂ, ਧੰਨਵਾਦ।